सतनाम वाहेगुरु साहिब जियो। राग बिलावल महला पंजवा चौपदे। घर पहला एक ओंकार सतगुर प्रसाद। नदरी आवे तिस स्यों मोह। क्यों मिली है प्रभ अबिनासी तो। नदरी आवे तिस स्यों मोह। क्यों मिली है प्रभ अबिनासी तो। कर कृपा मुह मार्ग पावो। साध संगत कै अंचल लावो। क्यों तरियै बिख्या संसार। सतगुर बोहित पावै पार। रहा पवन चुल्हारे माया दे। हर के भगत सदा थिर से। हरख सोगते रह निरारा। सिरे ऊपर आप गुरु रखवारा। पाया वेड़ माया सर्व भुयंगा। हूँ मैं पचे दीपक देख पतंगा। सगल श्रृंगार करे नहीं पावै। जा होए कृपाल तां गुरु मिलावै। हाँ फिरों उदासी मैं इक रतन दसाया। निर्मोलक हीरा मिले ना उपाया। हर का मंदर तिस महलाल। गुरु खोलिया पड़दा देख पई निहाल। जिन चाखिया तिस आया साध। ज्यों गूंगा मन में बिस्माद। आनंद रूप सब नदरी आया। जन नानक हर गुण आख समाया। जिन चाखिया तिस आया साध। ज्यों गूंगा मन में बिस्माद। आनंद रूप सब नदरी आया। जन नानक हर गुण आख समाया। वाहिगुरु जी का खालसा वाहिगुरु जी की फतेह। जुगो जुग अटल तन तन गुरु ग्रंथ साहिब जी। गुरु पातशाह जी दी अपार बख्शिश। शामा समय संगत दे पल असीं माण रहे हाँ। अजे हुणे गुरबाणी कीर्तन आप सरवण कर रहे सी। हुण समा गुर शब्द व्याख्या दा है। इस विच राग बिलावल चल रहा है। गुरु अर्जन साहब द्वारा उच्चारण किया गया मुकामी शब्द जिहदी विचार बीते तो असीं करदे आ रहे हाँ। इस पावन बचन दे कुछ पदे असीं विचारे ने, कुछ बाकी ने। विचार रहाओ दे पदे दी एक सरसरी नज़र तो शुरुआत करते हाँ। गुरुदेव बयान करदे क्यों तरिए बिखिया संसार। सतगुर बोहित पावै पार। क्यों तरिए किस रूप दे विच बिखिया संसार। उस जहरीला संसार जो साडे अंदर है। जो संसार असी अपनी सुरत करके अपने ख्यालां करके अपने इस सारे जगत में जो कुछ हो रहा है उन्होंने अपने ढंग नाल ऑब्जर्व करके बना लिया। उस इल्यूजन तो उस मायावी विख्यादी दुनिया तो किवें बाहर आई है। बड़ी डिटेल्ड बात हुई सी दे उत्ते कि संसार बाहर नहीं, संसार बंदे दे अंदर है। कूड़ भी ते सच भी। पर डिपेंड करता है कि बंदा उसनों किस लैवल ते समझदा आ। महाराज ने बयान किया कि जिहड़ी विख्यादी बिरती जिसने
ਬੰਦੇ ਨੂੰ ਕਰਤਾਰ ਤੋਂ ਤੋੜਿਆ, ਸੱਚ ਤੋਂ ਤੋੜਿਆ ਤੇ ਇੱਕ ਐਸੀ ਹਾਲਤ 'ਚ ਲੈ ਆ ਜਿਹਦੇ 'ਚ ਬੰਦਾ ਆਪ ਹੀ ਆਪਣੇ ਅੰਦਰ ਜ਼ਹਿਰ ਉਮਗ ਰਿਹਾ, ਜ਼ਹਿਰ ਬਣਾ ਰਿਹਾ, ਜ਼ਹਿਰ ਪੀ ਰਿਹਾ। ਵਿਖਿਆ ਸੰਸਾਰ, ਇਹ ਤੋਂ ਕਿਵੇਂ ਬਾਹਰ ਹੋਇਆ ਜਾਏ। ਸਤਿਗੁਰ ਬੋਹਿਤ ਪਾਵੈ ਪਾਰ। ਤੇ ਇਸ ਵਿਖਿਆ ਸੰਸਾਰ ਤੋਂ ਹੋਰ ਕੋਈ ਨਹੀਂ ਪਾਰ ਉਤਾਰਾ ਕਰ ਸਕਦਾ। ਸਤਿਗੁਰੂ ਬੋਹਿਤ, ਸਤਿਗੁਰੂ ਜਹਾਜ਼ ਹੈ ਇਹਦੇ ਲਈ। ਸੋ ਸਤਿਗੁਰੂ ਦਾ ਮਤਲਬ ਇੱਥੇ ਸ਼ਬਦ ਹੈ, ਸੱਚ ਦੇ ਸੰਦੇਸ਼ ਨੂੰ ਕੈਰੀ ਕਰਦੀਆਂ ਹੋਈਆਂ ਉਹ ਸਿੱਖਿਆਵਾਂ ਨੇ। ਉਹ ਸਕ੍ਰਿਪਚਰ ਨੂੰ ਸਾਡੇ ਤੱਕ ਪਹੁੰਚਦਿਆ ਕਰਨ ਵਾਲਾ ਇੰਸਟੀਟਿਊਸ਼ਨ, ਉਸ ਇੰਸਟੀਟਿਊਸ਼ਨ ਦੇ ਵਿੱਚ ਸਾਡੀ ਸੰਗਤ ਦੇ ਰੂਪ ਦੇ 'ਚ ਸਾਰਾ ਇੱਕ ਪੂਰੇ ਦਾ ਪੂਰਾ ਜੀਵਨ ਸੰਕਲਪ ਜੋ ਗੁਰੂ ਨਾਲ ਕਮਿਟਮੈਂਟ ਕਰਕੇ, ਅਹਿਦ ਕਰਕੇ ਅਸੀਂ ਪ੍ਰਾਪਤ ਕਰਦੇ ਹਾਂ। ਸੋ ਉਹਦੀ ਬਾਤ ਹੋ ਰਹੀ ਹੈ। ਸਭ ਕਹਿੰਦੇ ਬੋਹਿਤ ਹੈ, ਇਹ ਸਾਡਾ ਪਾਰ ਉਤਾਰਾ ਕਰ ਸਕਦਾ ਹੈ। ਅਗਲੇਰੇ ਪੜਾਵਾਂ, ਅਗਲੇਰੇ ਪਦਿਆਂ ਦੇ ਵਿੱਚ ਅਸੀਂ 3 ਨੰਬਰ ਪਦੇ ਤੋਂ ਅਸੀਂ ਵਿਚਾਰ ਅੱਗੇ ਤੋਰਾਂਗੇ। ਸਾਹਿਬ ਜ਼ਿਕਰ ਕਰਦੇ ਨੇ, ਪਾਇਆ ਵੇੜ ਮਾਇਆ ਸਰਬ ਭੁਯੰਗਾ। ਪਾਇਆ ਵੇੜ, ਵੇੜ ਅਸਲ ਜਿਹਨੂੰ ਅਸੀਂ ਬੇੜ ਪਾਉਣੀ ਵੀ ਕਹਿ ਦਿੰਦੇ ਹਾਂ। ਰੱਸਾ ਪਾਉਣਾ ਬਹੁਤ ਸਿੰਪਲ ਲੈਵਲ 'ਤੇ ਹੈ ਅਤੇ ਉਹਦੇ 'ਚ ਜਿਹੜਾ ਇਸ ਤਰੀਕੇ ਨਾਲ ਵਲ ਪਾਇਆ ਹੁੰਦਾ ਹੈ। ਜਿਹੜਾ ਜ਼ਿਕਰ ਆਇਆ ਹੈ, ਪਾਇਆ ਵੇੜ ਮਾਇਆ ਸਰਬ ਭੁਯੰਗਾ। ਭੁਯੰਗਾ ਸੱਪ ਨੂੰ ਆਪਣੇ ਡੈਫੀਨੇਟਲੀ ਹਕੀਕਤ 'ਚ ਵੇਖਿਆ ਹੋ ਸਕਦਾ ਹੈ। ਜੇ ਆਮ ਦੁਨੀਆ 'ਚ ਨਹੀਂ ਤਾਂ ਕਿਤੇ ਕਿਸੇ ਜੂ ਵਿੱਚ, ਕਿਸੇ ਐਸੇ ਜਗ੍ਹਾ ਦੇ ਉੱਤੇ। ਅਦਰਵਾਈਜ਼ ਪੰਜਾਬ ਦੀ ਫਿਜ਼ਾਂ 'ਚ ਰਹਿਣ ਵਾਲੇ ਲੋਕ ਸੱਪ ਨਾਲ ਬੜੀ ਚੰਗੀ ਤਰ੍ਹਾਂ ਵਾਕਫੀਅਤ ਰੱਖਦੇ ਨੇ। ਸੱਪ ਹਮੇਸ਼ਾ ਜਦੋਂ ਬੈਠਦਾ ਹੈ ਉਹ ਕੁੰਡਲ ਮਾਰ ਕੇ ਬੈਠਦਾ ਹੈ ਇਸ ਰੂਪ ਦੇ ਵਿੱਚ। ਹੁਣ ਉਸਨੂੰ ਤੇ ਸੱਪ ਡਰ ਦਾ ਬਹੁਤ ਹਾਈਐਸਟ ਸਿੰਬਲ ਹੈ, ਹਾਈਐਸਟ ਫੀਅਰ ਦੇ ਲੈਵਲ 'ਤੇ ਨੂੰ ਇੱਕ ਸਿੰਬਲ ਦੇ ਤੌਰ 'ਤੇ ਲਿਆ ਜਾਂਦਾ ਹੈ। ਇਹਦੇ ਬਾਬਤ ਇਹ ਵੀ ਕਿਹਾ ਗਿਆ ਕਿ ਜਦੋਂ ਸੱਪ ਕਿਸੇ ਚੀਜ਼ ਨੂੰ ਕੁੰਡਲ ਮਾਰ ਲੈਂਦਾ, ਕਿਸੇ ਚੀਜ਼ ਦੇ ਆਲੇ ਦੁਆਲੇ ਲਪਟ ਜਾਂਦਾ, ਅਤੇ ਉਹਦਾ ਬਚਾਉਣਾ ਬੜਾ ਔਖਾ, ਉਹਦਾ ਬਚਣਾ ਬੜਾ ਔਖਾ ਆ। ਇੱਥੇ ਗੁਰੂ ਸਾਹਿਬ ਨੇ ਵਿਖਿਆ ਦੀ ਗੱਲ ਕੀਤੀ। ਵਿਖਿਆ ਵੀ ਮਤਲਬ ਜ਼ਹਿਰ ਹੈ, ਜ਼ਹਿਰ ਸੱਪ ਨਾਲ ਰਿਲੇਟ ਕਰਦਾ। ਇੱਥੇ ਬਚਨ ਆ ਰਿਹਾ ਹੈ, ਪਾਇਆ ਵੇੜ ਮਾਇਆ ਸਰਬ ਭੁਯੰਗਾ। ਸਰਬ ਨੂੰ, ਸਾਰੇ ਕਾਸੇ ਨੂੰ ਇੱਕ ਸੱਪ ਦੀ ਤਰ੍ਹਾਂ ਮਾਇਆ ਕੁੰਡਲ ਮਾਰ ਕੇ ਬੈਠੀ ਹੈ। ਹੁਣ ਫਿਰ ਇਹਨੂੰ ਬੜੇ ਧਿਆਨ ਨਾਲ ਦੇਖੀਏ। ਮਾਇਆ ਦਾ ਮਤਲਬ ਅਸੀਂ ਰੋਕੜ ਲੈਂਦੇ ਹਾਂ ਸਿੱਧੇ ਤੌਰ 'ਤੇ, ਮਤਲਬ ਸਿੱਧੇ ਤੌਰ 'ਤੇ ਜਿਹਨੂੰ ਪੈਸਾ ਕਹਿ ਲਵੋ, ਸੋਨਾ ਚਾਂਦੀ ਕਹਿ ਲਵੋ। ਫਿਰ ਇਸ ਤੋਂ ਬਾਅਦ ਜੇ ਕਿਤੇ ਥੋੜ੍ਹਾ ਨਿਕਲਦੇ ਹਾਂ, ਫਿਰ ਅਸੀਂ ਧੀਆਂ ਪੁੱਤਰ ਔਲਾਦ ਗ੍ਰਸਤ ਜੀਵਨ, ਇਹਨੂੰ ਮਾਇਆ, ਭਾਰਤੀ ਖਿੱਤੇ 'ਚ ਇਹਨੂੰ ਮਾਇਆ ਸਮਝਿਆ ਗਿਆ। ਬਾਣੀ ਨੇ ਬਿਆਨ ਕੀਤਾ ਕਿ ਮਾਇਆ ਦੀ ਪਰਿਭਾਸ਼ਾ ਜੇ ਅਸੀਂ ਇੰਨੀ ਕੁ ਸਮਝਦੇ ਹਾਂ, ਬੜੀ ਸੁਪਰਫਿਸ਼ੀਅਲ ਹੈ। ਇਹ ਬੜੀ ਸਰਫਸ ਦੀ ਇੱਕ ਤਰ੍ਹਾਂ ਦੇ ਨਾਲ ਅੰਡਰਸਟੈਂਡਿੰਗ ਹੈ ਸਾਡੀ। ਵੀ ਆਰ ਨੋਟ getting any deep idea what does Maya exactly mean। ਇਸ ਨੂੰ ਗੁਰੂ ਅਮਰਦਾਸ ਸਾਹਿਬ ਨੇ ਬੜਾ ਕਲੀਅਰ ਕੀਤਾ। ਇਹ ਮਾਇਆ ਜਿਤ ਹਰ ਵਿਸਰੈ। ਹਰ ਉਹ ਚੀਜ਼ ਮਾਇਆ ਜਿਹੜੀ ਤੁਹਾਨੂੰ ਹਰੀ ਤੋਂ ਵਿਸਾਰ ਦੇ, ਜਿਹੜੀ ਤੁਹਾਨੂੰ ਤੁਹਾਡੇ ਉਸ ਅਸਲ ਸੱਚ ਤੋਂ ਦੂਰ ਲੈ ਜਾਏ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਜੋ ਭਾਉ ਨਹੀਂ ਚਾਹੀਦਾ ਉਸ ਤੋਂ ਦੂਜਾ ਭਾਉ ਆ ਜਾਏ, ਉਹ ਸਮਝੋ ਮਾਇਆ ਹੈ। ਹੁਣ ਗੁਰੂ ਗ੍ਰੰਥ ਸਾਹਿਬ ਨੇ, ਗੁਰੂ ਨਾਨਕ ਸਾਹਿਬ ਦੇ ਸ਼ਬਦ ਪੜ੍ਹੀਏ, ਬਿਲਕੁਲ ਜਪਜੀ ਸਾਹਿਬ ਵਿੱਚ ਆ ਜਾਓ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ। ਕੋਈ ਰੱਬ ਜੀ ਨੂੰ ਚੇਤੇ ਕਰਦਾ ਉਹਦੇ ਦਿੱਤੇ ਹੋਏ ਤਾਣ ਕਰਕੇ। ਤਾਣ ਦਾ ਮੀਨ ਐਬਿਲਿਟੀ, ਸਮਰੱਥਾ। ਹੁਣ ਸਮਰੱਥਾ ਕੋਈ ਵੀ ਹੋ ਸਕਦੀ ਹੈ। ਕੋਈ ਹੁਨਰ ਆ, ਕੋਈ ਅਕਲਮੰਦਗੀ ਹੈ, ਕੋਈ ਕਿਸੇ ਕਿਸਮ ਦੀ ਸਕਿੱਲ ਆ ਜਿਹਦੇ ਇਵਜ ਵਿੱਚ ਬੰਦਾ ਸੰਸਾਰ ਕਮਾ ਰਿਹਾ। ਸੋ ਇਹ ਇਸ ਰੂਪ ਵਿੱਚ ਮਾਇਆ ਕਿਵੇਂ ਹੋ ਗਈ? ਇੱਥੇ ਜਾ ਕੇ ਬਾਬਾ ਜੀ ਨੇ ਬਿਆਨ ਕੀਤਾ ਕਿ ਇਹ ਕਰਤਾਰ ਦੀ ਨਵਾਜ਼ਿਸ਼ ਦੇ ਤੌਰ 'ਤੇ ਕੋਈ ਬੰਦਾ ਲੈਂਦਾ ਅਤੇ ਉਹਦੇ ਨਾਲ ਜੁੜ ਜਾਂਦਾ। ਫਿਰ ਅਗਲੀ ਪੰਕਤੀ ਬਿਲਕੁਲ ਕਲੀਅਰ ਕਰ ਦਿੱਤਾ, ਗਾਵੈ ਕੋ ਦਾਤ ਜਾਣੈ ਨਿਸ਼ਾਨ। ਕੋਈ ਉਹਦੀ ਦਿੱਤੀ ਹੋਈ ਦਾਤ ਨੂੰ, ਉਹਦੀ ਬਰਕਤ ਦੀ ਨਿਸ਼ਾਨੀ ਜਾਣ ਕੇ ਉਹਨੂੰ ਗਾਵੇ। ਸਿੱਧੇ ਤੌਰ 'ਤੇ ਬਾਤ ਹੋ ਗਈ। ਸੰਸਾਰ ਜਿਸ ਨੂੰ ਅਸੀਂ ਕਹਿੰਦੇ ਹਾਂ ਮਾਇਆ ਹੈ, ਇਹ ਸੁੱਟ ਪਾਉਣ ਯੋਗ ਹੈ। ਬਾਬਾ ਜੀ ਨੇ ਕਿਹਾ ਕੀ ਸੁੱਟ ਪਾਉਣ ਯੋਗ ਆ? ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ,
ਗੁਰੂ ਅਰਜਨ ਸਾਹਿਬ ਦੇ ਗ੍ਰਹਿ ਵਿਖੇ। ਮਹਾਰਾਜ ਉਥਾਨਕਾ ਕਹਿੰਦੀ ਹੈ, ਜਦੋਂ ਜੱਚੇ ਤੇ ਬੱਚੇ ਦਾ ਹਾਲ ਪੁੱਛਣ ਲਈ ਗਏ ਮਾਤ ਗੰਗਾ ਜੀ, ਤੇ ਨਵ ਜਨਮੇ ਸਾਹਿਬਜ਼ਾਦੇ ਛੇਵੇਂ ਪਾਤਸ਼ਾਹ ਜੀ ਜਿਸ ਵਕਤ ਬਾਲਵਰੇਸ ਮਡੋਲੀ ਦੇ ਵਿੱਚ ਨੇ, ਬਾਲਾ ਪ੍ਰੀਤਮ ਦੇ ਰੂਪ ਦੇ ਵਿੱਚ, ਤੇ ਮਹਾਰਾਜ ਨੇ ਜਾ ਕੇ ਜਦੋਂ ਨਿਹਾਰਿਆ ਉਸ ਨਵਜਾਤ ਰੂਹ ਨੂੰ, ਤੇ ਮਹਾਰਾਜ ਜੀ ਦੇ ਹਿਰਦੇ ਚੋਂ ਸ਼ਬਦ ਫੁੱਟਿਆ। ਉਥਾਨਕਾ ਕਹਿੰਦੀ ਹੈ, ਗੁਰੂ ਮਹਾਰਾਜ ਨੇ ਇਹ ਬਚਨ ਕਹਿ ਦਿੱਤੇ, ਜੰਮਿਆ ਪੂਤ ਭਗਤ ਗੋਬਿੰਦ ਕਾ। ਪੁੱਤ ਨਹੀਂ ਆਇਆ ਅਸਲ ਦੇ ਵਿੱਚ, ਇਹ ਪੁੱਤ ਭਗਤੀ ਦਾ ਸੰਦੇਸ਼ ਲੈ ਕੇ ਆਇਆ ਆ। ਇਹਦੇ ਸਦਕਾ ਮੇਰਾ ਰੱਬ ਨਾਲ, ਮੇਰੀ ਉਸ ਕਰਤਾਰੀ ਹਸਤੀ ਨਾਲ ਸਾਂਝ ਹੋਰ ਵੱਧ ਗਈ ਹੈ। ਮੈਨੂੰ ਇੱਕ ਹੋਰ ਬਹਾਨਾ ਮਿਲ ਗਿਆ ਹੈ ਉਸ ਮਾਲਕ ਦੇ ਅਹਿਸਾਸ ਵਿੱਚ ਜੀਣ ਦਾ। ਇਹ ਵੀ ਚੀਜ਼ ਹੈ, ਦਾਤ ਮਾਇਆ ਨਹੀਂ ਬਣੀ, ਦਾਤ ਦਾਤੇ ਦਾ ਨਾਮ ਲੈਣ ਦਾ ਸਾਧਨ ਬਣ ਗਈ। ਇਹ ਮਾਇਆ ਨਹੀਂ ਗਈ। ਹੋਰ ਰੰਗ ਦੇਖ ਲਈਏ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਜਿਹਨੇ ਕਿਹਾ, ਲੋਕੀ ਕਹਿੰਦੇ ਚੰਗਾ ਖਾਣਾ ਪਾਣਾ, ਚੰਗੇਰਾ ਜੀਵਨ ਜੀਣਾ, ਇਹ ਮਾਇਆਧਾਰੀਆਂ ਦਾ ਕੰਮ ਹੈ। that kind of thinking people have developed or they used to have। ਗੁਰੂ ਸਾਹਿਬ ਨੇ ਆਪਣੇ ਜੀਵਨ ਯਾਪਨ ਦੇ ਵਿੱਚ, ਗੁਰੂ ਨਾਨਕ ਸਾਹਿਬ ਦਾ ਆਪਣਾ ਜੀਵਨ ਦੇਖੋ ਕਿ ਬੇਖੁਦਾਸੀ ਸਗਲ ਉਤਾਰਾ, ਮੰਜੀ ਬੈਠ ਕੀਆ ਅਵਤਾਰਾ। ਮਤਲਬ ਗੁਰੂ ਮਹਾਰਾਜ ਕਰਤਾਰਪੁਰ ਆਏ, ਮੰਜੇ ਦਾ ਆਸਣ ਕਰਦੇ ਨੇ। ਆਮ ਹਾਲਤਾਂ ਵਿੱਚ ਜਿਹੜਾ ਕੋਈ ਭਜਨ ਬੰਦਗੀ ਕਰਨ ਵਾਲਾ ਭਜਨੀਕ ਹੁੰਦਾ ਸੀ, ਸਾਧੂ ਹੁੰਦਾ ਸੀਗਾ, ਉਹ ਮੰਜੇ ਤੇ ਆਸਣ ਨਹੀਂ ਕਰਦਾ, ਉਹ ਪੁੰਜੇ ਆਸਣ ਕਰਦਾ ਜ਼ਮੀਨ ਤੇ, ਕਿਉਂਕਿ ਇਹ ਸਰੀਰ ਨੂੰ ਕਸ਼ਟ ਦੇਣਾ। ਧਰਤੀ ਤੇ ਆਸਣ ਕਾਹਦਾ ਭੋਗਣਾ। ਇੱਥੇ ਬਾਬਾ ਜੀ ਇੱਕ ਪ੍ਰੋਪਰ ਗ੍ਰਸਤੀ ਜੀਵਨ ਮਾਣਦੇ, ਕਰਤਾਰਪੁਰ ਨਗਰੀ ਵਸਾਉਂਦੇ, ਬੜਾ ਮਤਲਬ ਇੱਕ ਪੂਰੀ ਸ਼ਾਨੋ ਸ਼ੌਕਤ ਵਾਲੇ ਜੀਵਨ ਦੀ ਬਾਤ ਕੀਤੀ ਜਾਏ। ਫਿਰ ਉਸ ਤੋਂ ਬਾਅਦ ਅਗਲੀਆਂ ਪਾਤਸ਼ਾਹੀਆਂ ਤੁਸੀਂ ਦੇਖਦੇ ਹੋ ਲਗਾਤਾਰ। ਗੁਰੂ ਹਰਗੋਬਿੰਦ ਸਾਹਿਬ ਦੀ ਬਾਤ ਕੀਤੀ, ਘੋੜੇ, ਵਧੀਆ ਹਥਿਆਰ, ਆਪਣਾ ਪਰਿਵਾਰ, ਵਿਵਾਹ, ਸ਼ਾਦੀਆਂ, ਸਾਰਾ ਕੁਝ ਹੁੰਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਤੀਰ ਤੇ ਤੀਰਾਂ ਦੀਆਂ ਨੋਕਾਂ ਦੇ ਅੱਗੇ ਸੋਨੇ ਦੀਆਂ ਕਣੀਆਂ ਲੱਗੀਆਂ। ਆਪ ਦੇਖੋ, ਇਹ ਇਤਿਹਾਸ ਹੈ, ਇਹ ਬਿਲਕੁਲ ਰਿਐਲਿਟੀ 'ਚ ਬਾਤ ਆ ਰਹੀ ਸਾਰੀ। ਮਹਾਰਾਜ ਨੇ ਬਾਣੀ 'ਚ ਬਚਨ ਬਿਆਨ ਕੀਤੇ ਨੇ। ਸਾਹਿਬ ਕਹਿੰਦੇ, ਤਿਨਕਾ ਖਾਦਾ ਪਹਿਨਦਾ ਮਾਇਆ ਸਭ ਪਵਿੱਤ ਹੈ। ਬੰਦਾ ਕਹਿੰਦਾ ਚੰਗਾ ਖਾਣਾ, ਚੰਗਾ ਪਾਣਾ, ਹੰਡਾਉਣਾ, ਇਹ ਤੇ ਬੰਦੇ ਨੂੰ ਅਪਵਿੱਤਰ ਕਰ ਦੇਗਾ, ਪਤਿਤ ਕਰ ਦੇਗਾ, ਲੋਅਰ ਲੈਵਲ ਤੇ ਲੈ ਆਵੇਗਾ। ਬਾਬਾ ਜੀ ਕਹਿੰਦੇ ਨਾ, ਸੱਚੇ ਤਿਨਕਾ ਖਾਦਾ ਪਹਿਨਦਾ ਮਾਇਆ ਸਭ ਪਵਿੱਤ ਹੈ। ਜੋ ਨਾਮ ਹਰ ਰਾਤੇ, ਇਹ ਖਾਂਦਿਆਂ ਪਾਉਂਦਿਆਂ ਹੰਡਾਉਂਦਿਆਂ ਜਿਹਨਾਂ ਨੂੰ ਨਾਮ ਚੇਤੇ ਰਹਿੰਦਾ, ਕਰਤਾਰ ਚੇਤੇ ਰਹਿੰਦਾ, ਉਹਦਾ ਭੈ ਭਾਵ ਰਹਿੰਦਾ। ਇੱਥੇ ਮਾਇਆ ਦੀ ਪਰਿਭਾਸ਼ਾ ਬਦਲੀ। ਇਸ ਲਈ ਸਿੱਖ ਹੋਣ ਦਾ ਮਾਇਨਾ ਜਾਣੋ। ਸਿੱਖ ਹੋਣ ਦਾ ਮਾਇਨਾ ਹੈ ਸ਼ੇਅਰ ਵਿਦ ਨੀਡੀਜ਼, ਲੋੜਵੰਦਾਂ ਦੀ ਮਦਦ ਕਰਨੀ, ਕਮਿਊਨਿਟੀ ਕਿਚਨਸ ਰਨ ਕਰਨੀਆਂ, ਲੰਗਰ ਚਲਾਉਣੇ, ਲੋੜਵੰਦਾਂ ਦੀ ਮਦਦਗਾਰ ਬਣ ਕੇ ਰਹਿਣਾ। ਇਹ ਤਾਂ ਹੋ ਪਾਏਗਾ ਜੇ ਸਰਮਾਇਆ ਕਮਾਵਾਂਗੇ, ਕੋਲ ਹੋਏਗਾ, ਆਪ ਜੀ ਸਕਾਂਗੇ, ਦੂਜਿਆਂ ਨੂੰ ਦੇ ਸਕਾਂਗੇ। ਇਹ ਸਾਰਾ ਰੂਪ ਸਿੱਖੀ 'ਚ ਲਿਆਂਦਾ ਗਿਆ। ਪਰ ਮਹਾਰਾਜ ਬਾਣੀ 'ਚ ਵਾਰ-ਵਾਰ ਮਾਇਆ ਦੀ ਬਾਤ ਵੀ ਕਰਦੇ। ਮਾਇਆ ਦਾ ਮਾਇਨਾ ਇੱਥੇ ਸਿਰਫ ਸੰਸਾਰ ਦੇ ਵਸਤਾਂ ਰਸਤਾਂ ਕਮਾਉਣਾ, ਹੁਨਰਿਆਬ ਹੋਣਾ, ਇੱਥੇ ਇਹ ਚੀਜ਼ਾਂ ਨਹੀਂ ਹੈਗਾ। ਮਾਇਆ ਦਾ ਮਤਲਬ ਇੱਕ ਬਿਰਤੀ ਹੈ, ਇੱਕ ਐਸੀ ਬਿਰਤੀ ਜਿਹੜੀ ਬੰਦੇ ਨੂੰ ਕੂੜ, ਕੁਸੱਤ, ਅਨੈਥੀਕਲ, ਜਿਹਨੂੰ ਕਹਿ ਲਓ ਕਿ ਐਸਾ ਜੀਵਨ ਜਿਹੜਾ ਸੋਭਦਾ ਨਹੀਂ ਬੰਦੇ ਨੂੰ ਜੀਣਾ। ਬੰਦਾ ਪਸੀਨਾ ਵੇਚੇ, ਮਿਹਨਤ ਵੇਚੇ, ਆਪਣਾ ਹੁਨਰ ਵੇਚੇ, ਇਹ ਚੰਗੀ ਗੱਲ ਹੈ। ਪਰ ਬੰਦਾ ਆਪਣਾ ਈਮਾਨ ਵੇਚੇ, ਇਹ ਗਲਤ ਗੱਲ ਹੈ। Once one is not able to distinguish between his or her ethical ਜਿਹੜੀ ਉਹਦੀ ਐਬਿਲਿਟੀ ਹੈ, ਉਹਦੀ ਬੈਂਕਰਪਸੀ ਹੋਣ ਤੋਂ, ਜਾਂ ਆਪਣੇ ਆਪ ਦੇ ਜੋ ਉਹਦਾ ਹੁਨਰ ਹੈ ਉਹਨੂੰ ਸੈੱਲ ਕਰਨ ਤੋਂ, ਉਹਨਾਂ ਦੋਵਾਂ ਦੇ ਜਿਹੜਾ ਡਿਫਰੈਂਸ ਆ ਉਹ ਨਹੀਂ ਸਮਝ ਪਾ ਰਿਹਾ। ਇਸ ਰੂਪ ਨੂੰ ਅੰਡਰਸਟੈਂਡ ਨਾ ਕੀਤੇ ਬਿਨਾਂ ਜਦੋਂ ਬੰਦਾ ਜੀਂਦਾ ਤੇ ਉਹ ਫਿਰ ਉਸ ਸੱਪ ਦੇ ਵਲ ਵਿੱਚ ਫਸ ਜਾਂਦਾ, ਤੇ ਫਿਰ ਐਸਾ ਫਸਦਾ ਨਿਕਲਣਾ ਮੁਸ਼ਕਲ ਹੋ ਜਾਂਦਾ। ਬੇਈਮਾਨੀਆਂ, ਝੂਠ, ਠੱਗੀਆਂ, ਫਰੇਬ, ਧੋਖਾ,
ਜਿਵੇਂ ਨੂੰ ਭਾਈ ਵੀਰ ਸਿੰਘ ਜੀ ਦੀ ਨਜ਼ਮ ਵਿੱਚ ਅਸੀਂ ਕਈ ਵਾਰੀ ਪੜ੍ਹਦੇ ਹਾਂ, ਬਿਰਤੀ ਹੈ ਬੰਦੇ ਦੀ। ਬਿਰਤੀ ਜਦੋਂ ਬਹੁਤ ਜ਼ੋਰਾਵਰ ਹੋਏ ਤੇ ਬੰਦਾ ਕੀ ਕਰਦਾ ਹੈ, ਸੱਜਣ ਦਰੋਹੇ, ਸੱਜਣ ਬਣਾ ਲੋਕਾਂ ਨਾਲ ਧਰੋ ਕਮਾਉਂਦਾ। ਮਤਲਬ ਜਿਹੜਾ ਮੇਰਾ ਸੱਜਣ ਨਹੀਂਗਾ, ਮੈਂ ਧਰੋ ਨਹੀਂ ਕਮਾ ਸਕਦਾ, ਧੋਖਾ ਨਹੀਂ ਦੇ ਸਕਦਾ ਉਹਨੂੰ। ਧੋਖਾ ਦੇਣ ਵਾਸਤੇ ਮੈਨੂੰ ਪਹਿਲਾਂ ਸੱਜਣ ਬਣਾਉਣਾ ਪਏਗਾ। ਸੱਜਣ ਬਣਾ ਕੇ ਉਹਦਾ ਵਿਸ਼ਵਾਸ ਜਿੱਤਾਂਗਾ, ਫਿਰ ਵਿਸ਼ਵਾਸਘਾਤੀ ਹੋਵਾਂਗਾ। ਸੱਜਣ ਦਰੋਹੇ ਮਿੱਤਰ ਠੱਗੇ, ਘਾਟ ਵਸਾ ਹੋ ਕੀਤੀ, ਵਸਾ ਘਾਤੀ ਹੋਏ। ਇੱਥੇ ਮਾਇਆ ਆ। ਇਹੀ ਅਸਲ ਦੇ ਵਿੱਚ ਉਹ ਭੁਯੰਗਾ, ਉਹਦਾ ਪੂਰੇ ਦਾ ਪੂਰਾ ਉਹ ਵੇੜ ਆ, ਵਲ ਆ, ਜਿਹਦੇ ਚੋਂ ਨਿਕਲਣਾ ਬਹੁਤ ਔਖਾ ਆ। ਬੰਦਾ ਇੱਕ ਦਾ ਸ਼ਿਕਾਰ ਆਪ ਬਣਦਾ ਹੈ, ਦੂਜੇ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ, ਤੀਸਰਾ ਉਹਦੇ ਲਿਖ ਕੇ ਅਗਲੇ ਨੂੰ ਸ਼ਿਕਾਰ ਬਣਾਉਂਦਾ। ਤੇ ਇੱਕ ਐਸੀ ਦੁਨੀਆ ਚੱਲਦੀ ਜਿਹਦੇ 'ਚ ਲਗਾਤਾਰ ਇਹ ਠੱਗੀ, ਠੋਰੀ, ਧੋਖੇ, ਇਹ ਸਭ ਚੀਜ਼ਾਂ ਲਗਾਤਾਰ ਵਰਤਦੀਆਂ। ਤੇ ਇਸ ਸਭ ਦਾ ਫਲ ਇਹ ਹੈ, ਇਹ ਸੰਸਾਰ ਕੌੜਾ ਲੱਗਦਾ, ਬਿਟਰ ਲੱਗਦਾ। ਤੇ ਅਲਟੀਮੇਟਲੀ ਜਿੱਥੇ ਕਿਤੇ ਬੰਦਾ ਥੋੜ੍ਹਾ ਬਹੁਤਾ ਆਪਣੇ ਆਪ ਨੂੰ ਸੋਚਦਾ ਕਿ ਨਹੀਂ ਮੈਂ ਧਾਰਮਿਕ ਹੋ ਜਾਣਾ ਹੈ, ਤੇ ਫਿਰ ਉਹਦੇ ਲਈ ਇੱਕੋ ਚੋਇਸ ਬਚਦੀ, ਬੈਰਾਗੀ ਹੋ ਜਾ। You have to renounce this world. Otherwise, you won't be able to enjoy any spiritual food in this world. ਗੁਰੂ ਬਾਬਾ ਜੀ ਕਹਿੰਦੇ ਨਾ, ਵਿੱਚ ਹੀ ਰਹਿਣਾ। ਰਵਾਂਗੇ ਕਿਵੇਂ? ਇਹ ਸੱਪ ਦੀ ਜਿਹੜੀ ਪਕੜ ਆ, ਜਿਹੜਾ ਉਹਦਾ ਵਲ ਆ, ਇਹ ਤੇ ਵੇੜ ਹੈ, ਤੇ ਪੂਰਾ ਦਾ ਪੂਰਾ ਛਪੇਰੇ ਘੁੰਮਿਆ ਆ, ਇੱਥੋਂ ਕਿਵੇਂ ਬਚਾਂਗੇ? ਇੱਥੇ ਗੁਰੂ ਅਰਜਨ ਸਾਹਿਬ ਬਿਆਨ ਕਰਦੇ, ਮਹਾਰਾਜ ਕਹਿੰਦੇ ਪਾਇਆ ਵੇੜ ਮਾਇਆ ਸਰਬ ਭੁਯੰਗਾ। ਸਭ ਨੂੰ ਆਪਣੇ ਵੇੜ ਵਿੱਚ, ਐਵੇਂ ਵਲ ਵਿੱਚ ਲਿਆ। ਹਉਮੈ ਪਚੇ ਦੀਪਕ ਦੇਖ ਪਤੰਗਾ, ਦੂਜਾ ਮੈਟਾਫੋਰ ਸਿਰਜਿਆ। ਪਹਿਲਾ ਮੈਟਾਫੋਰ ਇਹ ਸੀਗਾ, ਦੂਸਰਾ ਇਹ ਹੈ ਹਉਮੈ ਪਚੇ ਦੀਪਕ ਦੇਖ ਪਤੰਗਾ। ਦੀਪਕ ਦੇਖ ਪਤੰਗਾ, ਦੀਵਾ ਰੌਸ਼ਨੀ ਦਿੰਦਾ, ਉਸ ਰੌਸ਼ਨੀ ਨੂੰ ਵੇਖ ਕੇ ਇੱਕ ਖਾਸ ਕ੍ਰੀਚਰ ਜਿਹਨੂੰ ਪਤੰਗਾ ਜਾਂ ਅਸੀਂ ਭੰਬਟ ਕਹਿ ਦਿੰਦੇ ਹਾਂ, ਉਹ ਪਾਗਲ ਹੋ ਜਾਂਦਾ। ਉਹਨੂੰ ਲੱਗਦਾ ਮੈਂ ਲੋ ਦੇ ਵਿੱਚ ਲੋ ਖਾ ਲੈਣੀ ਹੈ, ਲੋ ਲੈ ਲੈਣੀ ਹੈ। ਉਹਨੂੰ ਉਸ ਲੋ ਦੀ ਇਤਨੀ ਅਟਰੈਕਸ਼ਨ ਹੁੰਦੀ, ਉਸ ਲੋ ਦੇ ਵਿੱਚ ਚਲਾ ਜਾਂਦਾ। ਤੇ ਹੁੰਦਾ ਕੀ, ਉਹ ਜਿਹੜੀ ਲੋ ਆ, ਉਹ ਰੌਸ਼ਨੀ ਆ, ਦੀਵਾ ਬਲਦੀ ਹੋਈ ਸ਼ਮਾ ਹੈ, ਉਹਨੂੰ ਸਾੜ ਕੇ ਸੁਆਹ ਕਰ ਦਿੰਦੇ। ਮਾਇਆ ਦਾ ਪ੍ਰਭਾਵ ਜਿਹਦੀ ਬਾਤ ਕੀਤੀ, ਇਲੂਜ਼ਨ ਆ ਬੜੀ। ਇਹਦੀ ਜਿਹੜੀ ਗਲੋਰੀ ਆ, ਜਿਹੜਾ ਇਹਦਾ ਜਿਹੜੀ ਗਲਾਈਡਰਨੈਸ ਹੈ, ਇਹਦੀ ਜਿਹੜਾ ਇਹਦਾ ਗਲਾਈਡ ਕਰਨ ਵਾਲਾ ਪੱਖ ਆ, ਚਮਕਣ ਵਾਲਾ ਪੱਖ ਆ, ਉਹ ਇਤਨਾ ਜ਼ਿਆਦਾ ਤਿਲਿਸਮ ਹੈ ਉਹਦੇ 'ਚ, ਬੰਦੇ ਦੀਆਂ ਅੱਖਾਂ ਚੁੰਧਿਆ ਦਿੰਦਾ, ਪਾਗਲ ਹੋ ਜਾਂਦਾ ਬੰਦਾ। ਜੇ ਸਹੀ ਤਰੀਕੇ ਨਾਲ ਦੇਖਿਆ ਜਾਏ ਤੇ ਬਹੁਤ ਇਮਾਨਦਾਰ ਲੋਕ ਨੇ ਧਰਤੀ 'ਤੇ, ਪਰ ਮੋਸਟਲੀ ਦੇਖੋਗੇ ਮੌਕੇ ਨਹੀਂ ਮਿਲੇ ਬੇਈਮਾਨ ਹੋਣ ਦੇ। ਮੌਕੇ ਮਿਲਦੇ ਡੈਫੀਨੇਟਲੀ ਪੈਰ ਫਿਸਲ ਜਾਣੇ ਸਨ। ਮੈਂ ਛੋਟਾ ਜਿਹਾ ਇਨਸੀਡੈਂਟ ਕਈ ਵਾਰੀ ਅਕਸਰ ਬਿਆਨ ਹੋ ਜਾਂਦਾ ਜਦੋਂ ਅਸੀਂ ਲਿਟਰੇਚਰ ਨੂੰ ਪੜ੍ਹਦੇ ਆ, ਚੀਜ਼ਾਂ ਨੂੰ ਪੜ੍ਹਦੇ। ਪੰਜਾਬੀ ਜ਼ਬਾਨ ਦੇ 'ਚ ਇੱਕ ਬਹੁਤ ਹਾਸ ਰਸ ਦਾ ਕਵੀ ਹੋਇਆ ਭਾਈਆ, ਉਹਦਾ ਤਖੱਲਸ ਸੀਗਾ। ਬੜੀਆਂ ਸੋਹਣੀਆਂ ਸੋਹਣੀਆਂ ਨਜ਼ਮਾਂ ਵੀ ਲਿਖੀਆਂ ਉਹਨੇ ਕਈ ਵਾਰੀ। ਉਹ ਕਹਿੰਦਾ ਹੈ ਕਿ ਬੰਦੇ ਨੇ ਕਈ ਵਾਰੀ ਬੜੀ ਸੁਪਰਫਿਸ਼ੀਅਲ ਜਿਹੀ ਅੰਡਰਸਟੈਂਡਿੰਗ ਹੁੰਦੀ ਧਰਮ ਦੀ, ਉੱਤੇ ਵੀ ਨਜ਼ਮ ਲਿਖੀ ਉਹਨੇ। ਖੈਰ ਜਿਹੜੀ ਬਾਤ ਕਰਨ ਲੱਗਾ ਸੀ ਉੱਤੇ ਫੋਕਸ ਕਰੀਏ। ਹੋਇਆ ਇਹ ਕਿ ਉਹ ਜਿੱਥੇ ਮੋਹਾਲੀ ਬਣਿਆ ਸ਼ਹਿਰ ਚੰਡੀਗੜ੍ਹ ਦੇ ਨਾਲ, ਇੱਥੇ ਛੋਟਾ ਜਿਹਾ ਪਿੰਡ ਹੁੰਦਾ ਸੀਗਾ, ਤੇ ਆਪ ਉਹ ਜਿਹੜਾ ਹੈ ਕਿਤੇ ਚੰਡੀਗੜ੍ਹ ਰਹਿੰਦਾ। ਇਸ ਪਿੰਡ ਦੇ ਵਿੱਚੋਂ ਕਹਿੰਦਾ ਇੱਕ ਪਗਡੰਡੀ ਜਾਂਦੀ ਸੀ ਪਰਾਂ ਖਰੜ ਵਾਲੀ ਸਾਈਡ ਨੂੰ, ਤੇ ਉਹ ਕੱਚੀ ਹੁੰਦੀ ਸੀ। ਅਕਸਰ ਲੋਕ ਉੱਤੇ ਆਉਂਦੇ ਜਾਂਦੇ, ਸਾਈਕਲ ਸਵਾਰ ਵੀ ਆਉਂਦੇ ਜਾਂਦੇ ਸੀ। ਸ਼ਾਮ ਦਾ ਸਮਾਂ ਹੈ ਤੇ ਮੈਂ ਉਹਦੀ ਪਗਡੰਡੀ ਦੇ ਉੱਤੇ ਸ਼ਹਿਰ ਚੰਡੀਗੜ੍ਹ ਨੂੰ, ਅਜੇ ਵਸਦਾ ਸ਼ਹਿਰ ਦੇ, ਅਜੇ ਸ਼ਹਿਰ ਦਾ ਵਸੇਬਾ ਹੋ ਰਿਹਾ ਨਾ, ਉਸ ਸਮੇਂ ਦੀ ਗੱਲ ਕਰਦਾ ਆ ਰਿਹਾ ਵਾਂ, ਜਿਹਨੂੰ ਅਸੀਂ ਕਹਿੰਦੇ ਆ ਕਿ ਮੂੰਹ ਹਨੇਰਾ, ਮਤਲਬ ਨਾ ਪੂਰੀ ਤਰ੍ਹਾਂ ਹਨੇਰਾ ਨਾ ਪੂਰੀ ਤਰ੍ਹਾਂ ਰੌਸ਼ਨੀ, ਇਸ ਰੂਪ ਵਿੱਚ ਹੈ। ਬੰਦਾ ਦੂਰੋਂ ਦਿਸਦਾ ਪਰ ਉਹਦਾ ਮੂੰਹ ਨਹੀਂ ਦਿਸਦਾ, ਸ਼ਕਲ ਨਹੀਂ ਪਛਾਣੀ ਜਾ ਸਕਦੀ। ਉਸ ਮੂੰਹ ਹਨੇਰੇ ਦੀ ਬਾਤ ਹੋ ਰਹੀ ਹੈ, ਉਸ ਹਨੇਰੇ ਤੇ ਚਾਨਣੇ ਦੇ ਵਿਚਲੇ ਸਮੇਂ ਦੀ। ਰਹਿਰਾਸ ਸਾਹਿਬ ਦਾ ਪਾਠ ਕਰ ਰਿਹਾ, ਸ਼ਾਮ ਦਾ ਸਮਾਂ ਹੈ, ਸਾਈਕਲ ਚਲਾਉਂਦਾ ਤੁਰਿਆ ਆ ਰਿਹਾ। ਕੀ ਦੇਖਦਾ ਕਿ ਜਿਹੜੀ ਉਹ ਪਗਡੰਡੀ ਬਣੀ ਹੈ, ਆਲੇ ਦੁਆਲੇ ਦੱਬ ਨੇ, ਕਾਨੇ ਨੇ, ਮਤਲਬ ਘਾਹ ਬੂਟ ਹੈ ਥੋੜ੍ਹਾ, ਵਿਚਕਾਰ ਪਗਡੰਡੀ ਤੇ ਸਾਈਕਲ ਚਲਾਉਂਦਾ ਆ ਰਿਹਾ। ਰਸਤੇ 'ਚ ਐਵੇਂ ਲੱਗਾ ਜਿਵੇਂ ਕੋਈ ਜਾਨਵਰ ਬੈਠਾ ਹੁੰਦਾ, ਕੋਈ ਛੋਟਾ ਮੋਟਾ ਜਾਨਵਰ, ਜਿਵੇਂ ਕਾਇਓਟੀ ਹੁੰਦੀ ਹੈ ਜਾਂ ਕੋਈ ਵੱਡਾ ਸਾਰੀ ਵੱਡੀ ਕੈਟ ਕਹਿ ਲਓ, ਬਿੱਲਾ ਕਹਿ ਲਓ, ਐਵੇਂ ਲੱਗਾ ਉਹ ਵਿਚਕਾਰ ਬੈਠਾ ਪਗਡੰਡੀ ਦੇ। ਖੈਰ
मैं बैल की 2-3 बारी, वो मूव नहीं होया बिल्कुल। मैं साइकिल लैके ਉਹਦੇ ਉੱਤੇ आ चलना वा तो साइकिल का अगला पहिया उत्ते चढ़ चला आ। फिर मैं ब्रेक लगा ली, साइकिल थोड़ा अगे किया, थले होके देखिया एक्चुअली मैनू भुलेखा लग रहा सी कोई कायोटी या कोई जानवर वगैरह होएगा, गिदड़ वगैरह, ऐसा नहीं सीगा। वो बैग पिया सी लैदर का। मैं लैदर वाला बैग चक्या, अपने साइकिल के कैरीयर के पिछले पासे रखिया, उस जिप सी, जिप खोली तो विच देखिया नोटां दा भरिया। रहराज साहब का पाठ मैं कर रहा सीगा। ਜਿਹੜਾ ਸਾਈਕਲ ਦਾ ਕੈਰੀਅਰ ਬਣਿਆ ਹੁੰਦਾ ਇੰਡੀਆ, ਤੁਸੀਂ ਦੇਖਿਆ ਹੋਣਾ, ਉਹ ਖਿੱਚ ਕੇ ਲੋਹੇ ਦਾ ਮੈਟਲ ਸਪਰਿੰਗ ਲੱਗੇ ਹੁੰਦੇ, ਉਹਦੇ ਪਿੱਛੇ ਮੈਂ ਦਬਾ ਕੇ ਰੱਖ ਦਿੱਤਾ। ਅੰਦਰ ਇੱਕਦਮ ਆਵਾਜ਼ ਆਉਣੀ ਸ਼ੁਰੂ ਹੋ ਗਈ, ਭਾਈਆ ਦੇਖੀ ਬੇਈਮਾਨ ਨਾ ਹੋ ਜੀ, ਦੇਖੀ ਬਾਣੀ ਪੜ੍ਹ ਰਿਹਾ ਸੈਂ, ਤੇਰੇ ਗੁਰੂ ਦਾ ਹੁਕਮ ਹੈ ਪਰਾਈ ਅਮਾਨਤ ਨਾ ਰੱਖੀ ਹੈ, ਦਿੱਤੀ ਹੂੰ ਸੁਖ ਹੋਏ। ਪਰਾਈ ਅਮਾਨਤ ਨਹੀਂ ਕੋਲ ਰੱਖੀ ਤੇ ਉਹਨੂੰ ਦੇ ਕੇ ਸੁੱਖ ਮਿਲਦਾ। ਵਾਰ-ਵਾਰ ਆਪਣੇ ਆਪ ਨੂੰ ਰਿਪੀਟ ਕੀਤਾ, ਵਾਰ-ਵਾਰ ਰਿਪੀਟ ਕੀਤਾ। ਖੈਰ ਇਹ ਸਾਰੇ ਦੇ ਵਿੱਚ ਹੋਇਆ ਇਹ, ਸਾਈਕਲ ਦੇ ਪੈਡਲ ਮਾਰਦਾ ਹੋਇਆ मैं शहर दे सीधा थाने पहुँच गया। होर तो किते जाना नहीं सी, क्योंकि घर मैं क्या ले जाना ठीक नहीं, क्योंकि बेईमान बेईमानी किते भी आ सकती बंदे विच। लग्या तो जाके मैं उत्थे थाने दा ड्यूटी ते ਉਹਦੇ ਕੋਲ मैं ਉਹਦੇ टेबल ते रखिया, उन्हें भी खोलिया, नोटां दा भरिया। वो बड़ा हैरान, अजे साडी बात हो रही है, 2-4 मिनट ही होए होणगे, वो जिन्हां दा बैग सीगा वो भी आ गए। एक्चुअली वो पोस्ट ऑफिस की पेमेंट सीगी तो उन्होंने एक इंपलॉई रस्ते च नशे की हालत सट आया सी। वो भी बड़े हैरान भी साडे आउण तो पहला साडी अमानत इत्थे मौजूद है। बड़ी हैरानगी हुई। सब तो वड्डी हैरानगी हुई भी इतना ईमानदार बंदा शहर च रहिंदा है। कमाल हो गई। शाम के समय वो भी इहो जे उजाड़ इलाके च इतने नोट मिले होण, इतना मतलब जिहड़ा हैगा कैश रोकड़ होए उहदे कोल, ते वो बंदा थानेदार भी हैरान होया। उन्हें उठ के 2-3 बारी सलूट भी किए। वो कहता मैनू उन्होंने कहा भी तेरी फोटो खिंच के सवेर के अखबार चलानी है, साडे शहर का सब तो ईमानदार। तेनू वड्डा समागम करके पोस्ट ऑफिस वाले कहण असी एक्सट्रा मनी भी खर्चांगे उस सारे। वो कहता भी वास्ता रब दा मैं लेट हो रहा, घर दे उडीकदे होणगे, मैं तो काफ़ी देर लग गई मैनू। तो बाकी गल रही तुहाडी ईमानदारी की सारी की जिहड़ी रट लाई है तुसीं कि तुहानूं इनाम देना, तेनों वो छड्डो। मैं की कीता, मेरे गुरु का हुक्म मैं तो वजा लिया। इन्ना शुक्र है जिहड़ा मेरा मन बेईमान नहीं होया। सो ये सारे करके कहंदा मैं पिछा छुड़ा के उतों साइकिल लैके निकलिया किसी ढंग नाल। खैर वड्डे लोग उदों हुंदे ने जदों अपनियां खूबियां नाल खामियां दी एवें गल्लां करन, नहीं तो खूबियां तो सारे गिनाई जांदे ने। जिहड़ा बचन आया ना इत्थे च, हौमै पचे दीपक देख पतंगा, दीवे दी लो नूं वेख के पतंगा सड़ के स्वाह हो जांदा विच। पर यह सारा कुछ मनुख ते किवें ढुकदा, ये मैटाफोर जिहड़ा बात आ रही, क्योंकि इस तो पहली बात हो रही सी कि पाया वेड़ माया सर्ब भुयंगा, सारियां दे आले दुआले भुयंगे ने, सप ने एक पूरा चक्कर पाया है। बात यह हुई, भाईया जी कहंदे कि कुछ दिनों बाद उत्थे शायद जिहड़े लोग लोकल रहिंदे उन्हां नूं पता होएगा, उत्थे ना फार्मर मार्केट लगती है हफ्ते बाद, कदी किसी सैक्टर च कदी किसी सैक्टर च। कहंदा कि हफ्ते बाद ही मेरे सैक्टर च फार्मर मार्केट लगी सी, तो मैं उत्थे जिहड़ा आ कुछ सब्जी खरीदण लई चला गया। खाली मेरे कोल थैला झोला आ, साइकिल दे मैं अगले पासे उहदे जिहड़ा आ हैंडल नूं ही बन्निया आया। तो मैं बिल्कुल पहली रेहड़ी ते खड़ा, ते खड़दे नाल देखिया आलू रेहड़ी भरी है, बहुत वधिया आलू ने। मैं क्या भी इत्थों आलूआं की खरीददारी करते हैं। जिन्हें रेहड़ी लगाई है, फड़ी लगाई है, उन्हें भी अंदाज़ा हो गया भी गाहक नूं मेरी चीज़ पसंद आ गई, हुण मूँह मंगी प्राइज़ मिल सकती है। उन्हें मैनू प्राइज़ दसी, प्राइज़ मैनू थोड़ी ओवर लगी, ज़्यादा लगी। खैर आलू मैनू पसंद सीगे, मौत तो कुछ 2-2.5 किलो आलू तलवाए, खाली झोला सीगा, अगे किता उन्हें पा दिते। मैं उन्होंने उस वक्त 20 का नोट, बड़ा वड्डा नोट हुंदा सीगा, ते मैं उन्होंने 20 का नोट दिता। उहदे कोल टुट्टे नहीं हैगे, वो नाल दे अपने गवांढी कोलों टुट्टे पैसे जिहड़ा हैगा चेंज लैण वास्ते गया आ। जिवें ही वो चेंज लैण वास्ते उधर नूं वधिया आ, एकदम मन च ख्याल आया भी भाईया इन्हें आलू बड़े महंगे लाए ने, ते रेहड़ी भरी पई है, क्यों ना कुछ सस्ते कर ले जाण। कहंदा 2-4 आलू चक के मैं झोले च पा ले। जिवें ये बात हुई, वो जिहड़ा सज्जन लैण वास्ते गया रेहड़ी, दुकानदार एवें थोड़ा दुकानदारी चलदी, रोज़ कोई ना कोई ठग के लै जाए। ਉਹਦੀ भी नज़र पिछले पासे, उन्हें पता भी ये बंदे ने मेरे नाल पहला नैगोशिएशन करने की ट्राई की है, आपां प्राइज़ घटाई नहीं, मत ऐसा ना होए कुछ गड़बड़ कर जे। वो जिवें ही मैं चुक के 2-4 आलू झोले च पाए, वो वापस आ गया।
वापस आया, कहता झोला कट वापस, मेरे आलू कट, तू आलू पाए विच। वो कहते हुण मैं किवें मन्ना भी मैं बेईमाना कीता। मैं क्या हद हो गई, क्यों तू एवें झूठ बोली जा रहा, चल नोट तुड़ा के लिया वापस, मैनू टुटे पैसे दे। खैर साडा झगड़ा वध गया। कहंदा करना कुदरत दा। एक हफ्ता पहला जिस शख्स दे कोल मैं नोटां दा थैला जमा करा के आया, थाणेदार, ओहदी ड्यूटी मार्केट च है। वो भी उस वक्त जो झगड़ा वधिया तो किते कोल दी लंघ रहा सी, वो भी आ गया भी ये की होया। वो कहते जी इस गल तो मतलब इस गाहक ने बेईमाना किया मेरे नाल, आलू चक के विच पाए ने ते हुण वापस नहीं कढ़ रहा। मैं कहना वापस तोल, ते मसला खड़ा हो गया। तो ये कहता भाई तू धक्का कर रहे, नाले मेरे नाल बेईमाना कर रहे, नाले झूठ बोल रहे, तो मेरे पैसे दे वापस। सो इस किस्म का मसला चल रहा। थाणेदार ने एकदम गाहक वाल ध्यान मारिया, तो हुण उहनूं डेफिनेटली भाईए की शक्ल किवें भुल्ले, उहदे वास्ते तो बंदा देवता सीगा। उन्हें एकदम शक्ल देखी भाईया, तो फिर उन्हें रेहड़ी वाले वाल देखा। वो कहता हद हो गई, भाईए वर्गे बंदे ते आलू चोरी करन दा इल्जाम। वो कहता उन्हें आ देखा ना ताव देखा, रेहड़ी वाले का गलमा फड़िया, उन्होंने खिच के चपेड़ मारी, थप्पड़ मारिया। कहते तेन पता भी है तू शहर के किस बंदे नाल गल कर रहा है, इस तो ईमानदार बंदा शहर च लभना नामुमकिन है, इस बंदे के पैरों ते मत्था टेकना चाहिए। मैं इनू देखा, एक थप्पड़ मारिया, दूसरा मारन वास्ते तैयार हो रहा। हो भाईया कहता अंदर का इंसान बाहर आया, मैं थानेदार का हाथ फड़ लिया। मैं क्या ना मारी, पहला थप्पड़ ही गलत मारता तू। कहता ना भाईया पिछे हट जा, ਇਹੋ ਜਿਹੇ ਬੰਦਿਆਂ ਨੂੰ ਮਾਰਕੀਟ 'ਚ ਰਹਿਣ ਦਾ ਹੱਕ ਨਹੀਂ ਜੋ ਇਸ ਕਿਸਮ ਦੀ ਬਾਤ ਕਰਦੇ ਹੋ। ਕਹਿੰਦਾ ਨਹੀਂ ਤੈਨੂੰ ਨਹੀਂ ਪਤਾ, ਛੱਡ ਦੇ। ਕਹਿੰਦਾ ਭਾਈਆ ਕੀ ਕਹਿ ਰਿਹਾ ਹੈ? ਕਹਿੰਦਾ ਇਹ ਦੋ ਰੰਗ ਨੇ, ਮੇਰੇ ਹੀ ਰੰਗ ਨੇ। ਜਿਹੜਾ ਉਹ ਦੇਖਿਆ ਸੀ ਉਹ ਵੀ ਉਹੀ ਸਹੀ ਰੰਗ ਸੀਗਾ, ਜਿਹੜਾ ਇਹ ਕਹਿ ਰਿਹਾ ਇਹ ਵੀ ਸਹੀ ਰੰਗ ਹੈ। ਉਹ ਕਹਿੰਦਾ ਭਾਈਆ ਸੱਚ? ਕਹਿੰਦਾ ਹਾਂ। ਉਹਨੇ ਛੱਡਤਾ, ਲਾਮੇ ਹੋ। ਕਹਿੰਦਾ ਭਾਈਆ ਇਹ ਕੀ ਬਣਿਆ? ਕਹਿੰਦਾ ਇਹੀ ਤੇ ਬਾਤ ਆ। ਬਾਣੀ ਨੇ ਐਵੇਂ ਨਹੀਂ ਕਿਹਾ, ਬਾਣੀ ਨੂੰ ਮੱਥਾ ਟੇਕਿਆ ਹੈ। ਇਸੇ ਕਰਕੇ ਮੱਥਾ ਟੇਕਿਆ ਕਰੋ ਕਿਉਂਕਿ ਬਾਣੀ ਸ਼ੀਸ਼ਾ ਆ ਤੇ ਸਾਡਾ ਹੀ ਸ਼ੀਸ਼ਾ ਆ। ਬਾਣੀ ਕਹਿੰਦੀ ਜੇ ਇੱਕ ਅੱਧ ਕਰੇ ਚੰਗਿਆਈ, ਅੱਬਲ ਤੇ ਹੁੰਦੀ ਨਹੀਂ, ਜੇ ਹੋ ਜੇ ਬਾਈ ਚਾਂਸ ਕਿਤੇ, ਤੇ ਬੰਦੇ ਦੀ ਹਾਲਤ ਪਤਾ ਕੀ ਹੈ? ਮਨ ਚ ਤਾਂ ਬਹੁਤ ਵਫਾਵਾ, ਬੜਾ ਬਿਫਰਦਾ, ਦੱਸਦਾ ਹੁੱਬ ਕੇ ਮੈਂ ਆ ਕੀਤਾ, ਮੈਂ ਆ ਕੀਤਾ। ਹਉਮੈ ਆਇਆ। ਇਹ ਹਉਮੈ ਇਸ ਤਰ੍ਹਾਂ ਆ ਜਿਵੇਂ ਪਤੰਗੇ ਦੀਆਂ ਅੱਖਾਂ ਨਹੀਂ ਉਹ ਧੁੰਦਲੀਆਂ ਕਰ ਦਿੰਦੀ, ਉਹ ਬਿਲਕੁਲ ਉਹਨੂੰ ਅੰਨਾ ਕਰ ਦਿੰਦੀ। ਬੰਦੇ ਨੂੰ ਦਿਸਦਾ ਹੀ ਨਹੀਂ, ਉਹ ਅੱਗੇ ਸੜਨ ਲੱਗਾ ਆ। ਹੰਕਾਰ ਕਾਹਦਾ? ਇਮਾਨਦਾਰੀ ਕਰਨੀ ਇਹ ਸਾਡੀ ਡਿਊਟੀ ਹੈ। ਮਾਨਵਤਾ ਦੀ ਸੇਵਾ ਕਰਨੀ ਸਾਡੀ ਡਿਊਟੀ ਹੈ। ਕੁਦਰਤ ਨੇ ਸਾਨੂੰ ਇਨਸਾਨ ਹੀ ਇਸੇ ਕਰਕੇ ਬਣਾਇਆ, ਸਾਨੂੰ ਅਕਲ ਦਿੱਤੀ। ਨਾ ਦਿੱਤੀ ਹੁੰਦੀ ਅਕਲ ਅਸੀਂ ਪਸ਼ੂ ਹੁੰਦੇ। ਬੰਦਾ ਕਹਿੰਦਾ ਮੈਂ ਸਿਆਣਾ ਆ, ਮੈਂ ਹੰਕਾਰੀ ਆ, ਹੱਦ ਹੋ ਗਈ। ਪਤੰਗਿਆ ਤੈਨੂੰ ਉੱਡਣ ਦੀ ਤਾਕਤ ਦਿੱਤੀ ਕੁਦਰਤ ਨੇ, ਇਹਦਾ ਇਸਤੇਮਾਲ ਸਹੀ ਕਰ। ਪਰ ਉਹ ਕਹਿੰਦਾ ਮੈਂ ਅੱਗੇ ਸੜਾਂਗਾ, ਮਰ ਜਾਂਦਾ ਸੜ ਕੇ। ਇਹ ਸਾਹਿਬ ਦਾ ਬਚਨ ਜਿਹੜਾ ਆ, ਗੁਰੂ ਅਰਜਨ ਸਾਹਿਬ ਕਹਿੰਦੇ ਪਾਇਆ ਵੇੜ ਮਾਇਆ ਸਰਬ ਭੁਯੰਗਾ, ਐਸਾ ਵਲ ਪਾਇਆ ਉਹਨੇ। फिर क्या? हौमै पचे दीपक देख पतंगा। फिर हौमै दी उत्ते एक होर वड्डी लेयर ला दी, खुराक को मिलने लग गई। वो इस तरह आ जे कि चंगियाई अच्छाई कुछ हो गई, बस उस रूप दे बंदा मरन लई तैयार हो गया। क्या देख पतंगा, जिवें पतंगा लाट वेखदा दीपक दी सड़ के सुआह हो जाता। बचन है सगल शिंगार करे नहीं पावै। फिर सारे तो बचन वास्ते शिंगार इस तरह आ कि बड़ा प्यारा लफज है, समझ आ जाता सानू आसानी के नाल। मेकअप किसी चीज़ नूं उहदी ओरिजिनल शेप, उहदी ओरिजिनैलिटी जिहड़ी है उसनूं बदल देना, ते बदल देना आर्टिफिशियल वे दे नाल, जस्ट फॉर ए टाइम बीइंग, थोड़े समय लिए। ये मेकअप हुंदा आ, मेकअप रियल नहीं हुंदा। धर्म की दुनिया च शिंगार मेकअप बहुत है। वक्ती तौर पर कुछ इहो जिहा कर्म कर लेना, किते पाठ पूजा कर ली, किते तीर्थ ना आए, माड़ा मोटा इस तरीके नाल। ये शिंगार करके बंदा नहीं बदलता, इस नाल हंकार जरूर वध जाता है। बस इन्नी गल है। बाणी बड़ी क्लीयर है। बाणी कहती भारती खिते च सब तो वड्डा धर्म क्रम सीगा किते तीर्थ ते नहा के आउणा,
तो गुरु महाराज ने क्या, मनुख नूं बड़ी क्लोजली देखिया मैं, मनुख की हालत यह बनती, जेते रे तीर्थ नहाए अहंग बुद्ध मैल लाए। नहा के तो मैल लैंदी है, नहाए बंदा तो मैल लै जानी चाहिए है। कमाल है, कैसा नहाना आ, इस नहाण नाल बंदे दी अंदर दी मैल होर वधदी है। जेते रे तीर्थ नहाए अहंग बुद्ध, हंकार दी बौद्धिकता नूं मैल लग गई, होर मरे गए। होर सरल कर लिए बाणी चों, इस तो बाणी कमाल नहीं करती। देखो कई बार तुसीं देखदे हो है बिल्कुल सानू कन्नों फड़ के राह पाई जाती है। महाराज बयान करदे, तीरथ बरत अरदान कर, चंगे काम ने धार्मिक हिते बड़े लोग करते, तीर्थ करना, व्रत करने, दान पुण्य करना। गुरु तेग बहादुर साहब कहते कर ले जान, पर यह मेकअप आ, यह श्रृंगार आ, यह रियल नहीं हैगा, यह धर्मी जीवन नहीं हैगा। क्या तीर्थ व्रत अरदान कर होया कि मन में धरै गुमान, गुमान आ गया भी लै जिड्डी तोप तू है, जिड्डी बला तू है, एडी बला कोई नहीं गी। सब कहते दी हालत यह है, नानक निफल जाते ज्यों कुंचर इशनान। हाथी पानी विच वड़िया, महावत ने मल मल के नवाया। महावत कहते दी मैल ला देनी सारी, बिल्कुल इनू कोई जरा जिन्नी मैल नहीं रहन देनी। होया कि हाथी नहा के बाहर निकलिया, बाहर निकलदे नाल पहला काम की कीता, अपनी सुंड दे नाल बहुत सारी थल्ले मिट्टी भुब्बल चुकी अपने उत्ते सट ली, दोबारा उस तरह मैल। यह है धर्म कर्म करते हुए जो बंदा रियलिटी नूं अंडरस्टैंड नहीं करता। धर्म पाठ करिए इस करके करिए ताकि इहदी सेध जीवन बदले। बाबा जी ने कहा पाठ करया कर, बल्कि पाठ ना करया कर, इनू गावया कर। गावना बड़ी वड्डी किरिया आ, पढ़न ते गाउण च बड़ा फर्क है। पढ़ना हुंदा बस एवें फड़िया ते अखरां नाल फटाफट अखां नाल अखर बस जोड़द्यां जोड़द्यां लंघ गए। गाउणा हुंदा है ठहरा करके, पॉज करके, विच रिदम पा के आवाज़ नूं एक किसी तरन्नुम विच लैके जाना। ये समा लगता है, पाठ गाउण दी क्रिया आ। बाबा जी ने बयान किया गावीए, फिर कलिए गावीए नहीं, मैं गा तेरिया बहुत वधिया एंड बड़ा चूम चूम के, सुन नहीं रहा, सुनने वास्ते अंदर कुछ होर ही चल रहा, किसी और दुनिया च मन बैठा। सब कहते ना ना हाजिर भी हो ते सुन। गावीए सुनिए, फिर एक होर चीज है, मन रखी है, भाव भावना भी होए, मनण दी गल भी होए, इहदे च भाव भी होए कि ये गाविया ये सुनिया किसे काम आना है, इनू अपनाना है, अडॉप्ट करना, एक्सैप्ट करना है, इनू अपलाई करना है, इनू जीवन दे विच इनू उस लैवल ते इनू अपनाना आया। गुरु बाबा जी ने बात की थी, जे ये चीज नहीं गई फिर भाई श्रृंगार तो बड़ा वधिया आया, पर ओरिजिनैलिटी नहीं आ रही। क्या सगल श्रृंगार करे नहीं पावे, फिर वो चीज ना मिलती जिस वास्ते श्रृंगार हो रहा, जिस वास्ते सब कुछ हो रहा। अगला बचन लिखिया, जा होए कृपाल तां गुरु मिलावे। महाराज इस भुयंगा तो किवें बचांगे, इस पतंगे वाली बिरती तो किवें बचांगे, इस श्रृंगार वाली अलामत तो किवें बचांगे। सब कहंदे इक्को ही तरीका जे होए कृपाल, ओदे तरस दे पात्र बन जाओ। अरदास करो दे सामने, मत्था टेको दे सामने, सिजदा करो, सीस नवाओ, कहो मालक तरस कर। मालक तू बड़ा बेअंत है, तू जिंदगी दिती है, साह साह पाल रहे हैं, तू खान पान रहन सहन तेरा ही दिता है। दाता हुणे कृपा होर कर, इस सारी एनर्जी सारे जीवन नूं चंगे पासे लाण लई गुरु दी सेध दे। बाबा जी एवें नहीं कहिंदे, अरदास ही है, जियो पाए पिंड जिन साजिया दिता, इन्ना कुछ तो दिता उन्हें, आवाजा दिया कर मालक तू इन्ना बेअंत है, तो ये सब कुछ कर रहे हैं ना। एक तरस हो रहा है, एक ग्रेस होर मंग रहा मैं, गुरु मला, गुरु का पल्ला फड़ा, गुरु का दामन ना छुट जाए मेरे को। ये बचन आया, महाराज ने बयान किया कि जदों वो कृपा दे घर विच आवे, जां होए कृपाल तां गुरु मिलावे, फिर क्या हों फिरों उदासी। मैं एक रतन दसाया, मैं बहुत उदास हाँ,
उदास का मतलब यही हुंदा आ कि कोई चीज़ प्राप्त करने की ख्वाहिश है, उस चीज़ का एक कुछ मेरी नज़र च मंजर भी है, पर अनफॉर्चुनेटली वो मैनू मिल नहीं रही। मतलब एक ब्लरी जा मेरा विजन आ, पर पूरा नहीं हो रहा। पजल है, उस पजल के पीसिस भी है पर सॉल्व नहीं हो रहे। ये अध्यात्मी तल ते बात इन्नी है। दो वी आर विक्टिम ऑफ दिस डुअल टेंडेंसी, दैट इज वन इज सेइंग जिहड़ी शरदा लैके आउंदी, दूसरी जिहड़ी शक लैके आउंदी, ते कट्ठियां चलदियां दोवें, शरदा भी शक भी, शरदा भी शक भी। हुण हुंदा है कि रब है, अकाल पुरख है, वाहिगुरू है, वाहिगुरू बख्शिश करेगा। फिर दूसरा हुंदा पता नहीं है भी है कि नहीं है, पता नहीं वाहिगुरू मेरा भुलेखा ही नहीं गा किते। जिवें साइमन फ्रायड ने कहा सीगा कि एक साइकोसिस डिसऑर्डर है ह्यूमैनिटी दे विच, दैट्स वाई दे ऑलवेज टॉक अबाउट गॉड एंड दे ऑलवेज लुकिंग फॉर गॉड। इहो जी बिरती भी है, अज भी एथीज़म इस किस्म के नाल बात होंदी। हालांकि मॉडर्न लिटरेचर च मैं देखिया है बहुत फर्क पिया है, बहुत रियलिस्टिक अप्रोच अडॉप्ट की जा रही है। हुण पता लग रहा है एक वड्डा यथार्थ, वड्डा सच है धरती ते, उस सच तो गवाचे हुए असीं रो रहे हैं। जिथे बचन आ रहा महाराज बयान कर दे कि हे मालक तेरे दर ते अरदास हों फिरों उदासी, मैं एक रतन दसाया निर्मोलक हीरा मिलै ना उपाया। बड़ा रतन आ वो बड़ा निर्मोलक आ, पर कमाल है किसी उपाय नाल नहीं मिलता। जिवें सपोज करो पारस की गल आपने बहुत सुनी होएगी। पारस बाबत कहा जाता है कि पारस एक ऐसी चीज़ आ किसी धात नूं छूए तो उन्होंने सोने च वटा देंदी, उहदा रूप वटा देंदी। बंदा कहता वो पारस है कित्थे, लभदा क्यों नहीं गा। भाई गल ये है जिहड़ी गुरु की सिक्ख्या आ, गुरु का बचन आ, ये पारस है। उस पारस दे नाल जिहड़ी कोई चीज़ जुड़ेगी वो रूप वटा जाएगी। हुण इत्थे जिहड़ी चीज़ जुड़ेगी तो होर तो कुछ जुड़ना नहीं गा। शब्द नाल ते जुड़ना बंदे दी रूह ने, बंदे दी सुरत ने, बंदे दे ख्यालां ने। तो जे वो ख्याल ही ना जुड़े तो फिर बंदा पारस ते एतराज़ करी जाए भी पारस की कला। बाबा जी कहते पारस ते अपनी जात करके पूरा आया। बाबा कबीर तक बचन कह के वाइंड अप कर देना वा। अस शब्द पढ़ते हैं, कबीर साचा सतगुर क्या करे जो सिखा मैं चूक। बंदा गुरु ते एतराज करता भी गुरु तेरी कला नहीं वापरती, तेरी पारस कला मैनू शक लगता है भी शायद नहीं वापरेगी। बाबा कबीर जी लिटरली तौर पर कहते कबीर साचा सतगुर क्या करे जो सिखा मैं चूक। अंधे एक न ला गई जो बांस बजाई फूक। वांस की लकड़ उहदे च बिल्कुल जिहड़ा आ सुराख हुंदा सीधे तौर पर। लकड़ बिल्कुल सॉलिड हुंदी आले दुआले, विचकार सीधा सुराख है। एक पासों फूक मारोगे दूजे पासों निकल जाएगी। कई बार असीं इहनूं मैटाफोर तौर पर या एक ईडियम के तौर पर भी यूज़ करते हैं भी दो कंन ने इस पासों पाई तो इधरों कढ़ दी, सिर विच ते पई नहीं। जिथे वो पारस कला वापरनी सी उन्होंने तो टच ही नहीं करन दिता। बंदे ने इंटेंशनली अपने इंटलैक्ट के लैवल ते, बौद्धिक लैवल ते शब्द नूं प्रोसैस नहीं किया। जो प्रोसैस नहीं किया शब्द जो मौजूद सी चीज़ उसकी कला ही नहीं वापरी। आप देखते ना कई लोगों को थायरॉयड के इशूज़ होंगे ने, तो थायरॉयड के इशू करके की होंगे कि मैटाबोलिज्म जिहड़ा है वो खराब हो जाता है। तो जो कुछ खाते ने राइट वे वेस्ट हो जाता है, राइट वे वेस्ट हो जाता है, राइट वे वेस्ट हो जाता है। एग्जैक्टली यहो चीज़ कई बार बंदे की सुरत के हालात में भी होंगी कि जी इंबैलेंसमेंट ऑफ इंटलैक्ट आ। उत्थे तो असीं कहने कि मैटाबोलिज्म इंबैलेंसमेंट ऑफ कैमिकल आ, इत्थे की इंटलैक्ट आ। बंदे की ग्रूमिंग किवें हुई, ख्याल किवें है, संगत है सारी है। संगत के असर के विचों ही शब्द का असर जिहड़ा बंदा प्राप्त करता है। इत्थे गुरु अर्जन साहब बयान करदे कि होया ए हों फिरों उदासी मैं एक रतन दसाया निर्मोलक हीरा मेरे ना उपाया। है तो निर्मोलक हीरा पर मैनू ये नहीं पता किस उपाय नाल मिलेगा। बचन अजे दा कॉन्टिनम हैगा आ, विल कीप ऑन डिस्कसिंग इट नैचुरली नैक्सट दीवान। इस वक्त सिमरन का समा आ, भाई साहब आ गए ने, आप सिमरन का रंग माणो। मैनू इत्थे इजाजत देनी, कह देना जी वाहिगुरू जी का खालसा वाहिगुरू जी की